ਸਤਿ ਸ਼੍ਰੀ ਅਕਾਲ ਜੀ। ਲੋਕ ਹੈਰਾਨ ਹੁੰਦੇ ਹਨ ਕਿ ਵੱਡੇ ਲੋਕ ਘਰਾਂ ਦੇ ਨੌਕਰਾਂ ਨਾਲ ਵਿਆਹ ਕਿੱਦਾਂ ਕਰ ਸਕਦੇ ਹਨ, ਜਦ ਕਿ ਉਹ ਨਾ ਪੜ੍ਹੀ ਲਿਖੀ ਹੁੰਦੀ ਹੈ ਤੇ ਨਾ ਹੀ ਉਹਨਾਂ ਦਾ ਖਾਨਦਾਨ ਚੰਗਾ ਤੇ ਨਾ ਸੰਸਕਾਰ, ਨਾ ਉਹਨਾਂ ਦੀ ਬਰਾਦਰੀ ਹੁੰਦੀ ਹੈ। ਮੇਰੀ ਕਹਾਣੀ ਵੀ ਕੁਝ ਇਸੇ ਤਰ੍ਹਾਂ ਦੀ ਹੈ, ਜਿਸ ਨੂੰ ਸੁਣ ਕੇ ਤੁਸੀਂ ਇੱਕ ਦਫਾ ਤਾਂ ਜ਼ਰੂਰ ਹੈਰਾਨ ਹੋਵੋਗੇ। ਅਸੀਂ ਇੱਕ ਛੋਟੇ ਜਿਹੇ ਪਿੰਡ ਵਿੱਚ ਰਿਹਾ ਕਰਦੇ ਸੀ। ਮੇਰੇ ਪਾਪਾ ਕੋਈ ਕੰਮ ਨਹੀਂ ਕਰਦੇ ਸੀ। ਅਸੀਂ ਦੋ ਭੈਣਾਂ ਸੀ। ਵੱਡੀ ਭੈਣ ਦਾ ਵਿਆਹ ਮੇਰੇ ਪਾਪਾ ਨੇ ਅੰਕਲ ਦੇ ਭਤੀਜੇ ਨਾਲ ਕਰਵਾ ਦਿੱਤਾ ਸੀ, ਜਦ ਕਿ ਉਸ ਦੀ ਉਮਰ ਸਿਰਫ 14 ਸਾਲ ਦੀ ਸੀ। ਉਸ ਵਿਚਾਰੀ ਨੂੰ ਇੱਕ ਸ਼ਰਾਬੀ ਦੇ ਪੱਲੇ ਬੰਨ੍ਹ ਦਿੱਤਾ ਗਿਆ। ਜਿਸ ਇਲਾਕੇ ਵਿੱਚ ਅਸੀਂ ਰਹਿੰਦੇ ਸੀ, ਅੱਜ ਵੀ ਉੱਥੇ ਗਰੀਬੀ ਹੈ ਤੇ ਉੱਥੇ ਜੂਏ ਦੀ ਲੱਤ ਵੀ ਆਮ ਗੱਲ ਹੈ। ਅਕਸਰ ਮਰਦ ਨਿਕੰਮੇ ਹੁੰਦੇ ਹਨ, ਇੱਧਰ ਉੱਧਰ ਘੁੰਮਦੇ ਰਹਿੰਦੇ ਹਨ ਜਾਂ ਕੋਨੇ ਵਿੱਚ ਬੈਠ ਕੇ ਆਪਣਾ ਜੂਏ ਦਾ ਜਮਾ ਲੈਂਦੇ ਹਨ, ਜਦ ਕਿ ਔਰਤਾਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲਦੀਆਂ ਹਨ। ਇੱਥੋਂ ਤੱਕ ਕਿ ਸਾਡੇ ਇੱਥੇ ਕਈ ਲੋਕ ਭੀਖ ਵੀ ਮੰਗਦੇ ਹਨ। ਜ਼ਿਆਦਾਤਰ ਸਾਡੇ ਰਿਸ਼ਤੇਦਾਰ ਰੋਟੀ ਦੀ ਤਲਾਸ਼ ਵਿੱਚ ਵੱਡੇ ਸ਼ਹਿਰਾਂ ਦੇ ਵੱਲ ਨਿਕਲ ਜਾਂਦੇ ਹਨ। ਉੱਥੇ ਵੱਡੇ ਘਰ ਵਿੱਚ ਕੰਮ ਲੱਭ ਕੇ ਨੌਕਰਾਂ ਦਾ ਕੰਮ ਕਰਦੇ ਹਨ। ਮੇਰੀ ਮਾਸੀ ਦਾ ਖਾਨਦਾਨ ਲਖਨਊ ਵਿੱਚ ਗਿਆ ਤਾਂ ਉੱਥੇ ਮਿਹਨਤ ਮਜ਼ਦੂਰੀ ਕਰਕੇ ਉਹਨਾਂ ਨੂੰ ਚੰਗੇ ਪੈਸੇ ਮਿਲਣ ਲੱਗੇ। ਜਦ ਕਿ ਮਾਸੀ ਦੀਆਂ 4 ਬੇਟੀਆਂ ਸਨ। ਉਹ ਆਪਣੀ ਮਾਂ ਦੇ ਨਾਲ ਹੀ ਕੋਠੀਆਂ ਵਿੱਚ ਘਰ ਦਾ ਕੰਮ ਕਰਦੀਆਂ ਸਨ। ਉਹਨਾਂ ਦਾ ਇੱਕ ਬੇਟਾ ਰਿਕਸ਼ਾ ਚਲਾਉਂਦਾ ਤੇ ਦੂਸਰਾ ਬੇਟਾ ਦੁਕਾਨ ਵਿੱਚ ਫਲਾਂ ਦੀ ਰੇਹੜੀ ਤੇ ਲੱਗ ਗਿਆ ਅਤੇ ਮਾਸੜ ਜੀ ਚੌਕੀਦਾਰੀ ਕਰਨ ਲੱਗੇ। ਜਦੋਂ ਘਰ ਦਾ ਹਰ ਇੱਕ ਆਦਮੀ ਕਮਾਉਣ ਲੱਗੇ ਤਾਂ ਗਰੀਬੀ ਭੱਜਦੇ ਹੋਏ ਦੇਰ ਨਹੀਂ ਲੱਗਦੀ। ਜਦੋਂ ਮਾਸੀ ਤੇ ਉਹਨਾਂ ਦੇ ਘਰ ਵਾਲੇ ਆਉਂਦੇ ਤਾਂ ਉਹਨਾਂ ਦੀ ਟੌਰ ਦੇਖਣ ਵਾਲੀ ਹੁੰਦੀ। ਉਹ ਸਾਰਿਆਂ ਤੋਂ ਚੰਗੇ ਕੱਪੜੇ ਪਾਉਂਦੇ ਤੇ ਚਿਹਰੇ ਤੇ ਖੁਸ਼ਹਾਲੀ ਨਜ਼ਰ ਆਉਂਦੀ ਸੀ। ਗੁਆਂਢੀਆਂ ਦੇ ਰਿਸ਼ਤੇਦਾਰਾਂ ਦੀਆਂ ਨਜ਼ਰਾਂ ਵਿੱਚ ਵੀ ਇੱਜ਼ਤ ਮਿਲਣ ਲੱਗੀ। ਇੱਧਰ ਸਾਡੇ ਘਰ ਵਿੱਚ 2 ਵਕਤ ਦਾ ਖਾਣਾ ਵੀ ਬੜੀ ਮੁਸ਼ਕਲ ਨਾਲ ਪੂਰਾ ਹੋ ਪਾਉਂਦਾ। ਮਾਸੀ ਨੇ ਜਦੋਂ ਸਾਡੇ ਹਾਲਾਤ ਦੇਖੇ ਤਾਂ ਮੰਮੀ ਦੀ ਹਿੰਮਤ ਵਧਾਈ ਕਿ ਤੁਸੀਂ ਵੀ ਸਾਡੇ ਨਾਲ ਲਖਨਊ ਚੱਲੋ, ਉੱਥੇ ਕੋਠੀਆਂ ਵਿੱਚ ਕੰਮ ਮਿਲ ਜਾਂਦਾ ਹੈ, ਤਨਖਾਹ ਵੀ ਚੰਗੀ ਮਿਲਦੀ ਹੈ। ਤੁਹਾਡੇ ਪਿੰਡ ਵਿੱਚ ਨਾ ਕੋਈ ਜ਼ਮੀਨ ਹੈ ਤੇ ਨਾ ਕੋਈ ਰੋਜ਼ਗਾਰ ਹੈ, ਫਿਰ ਇੱਦਾਂ ਵੀ ਇੱਥੇ ਕੀ ਰੱਖਿਆ ਹੈ, ਭੁੱਖ ਹੀ ਹੈ। ਪਾਪਾ ਨੇ ਕਿਹਾ, ਮੈਂ ਤਾਂ ਆਪਣੀ ਮਿੱਟੀ ਵਿੱਚ ਹੀ ਦਫਨ ਹੋ ਜਾਊਂਗਾ, ਪਰ ਪ੍ਰਦੇਸ਼ ਵਿੱਚ ਜਾ ਕੇ ਧੱਕੇ ਕਿਉਂ ਖਾਵਾਂ? ਤੂੰ ਜਾਣਾ ਹੈ ਤਾਂ ਤੂੰ ਜਾ, ਮੈਨੂੰ ਕੋਈ ਮਤਲਬ ਨਹੀਂ ਹੈ। ਹਾਂ, ਮੈਨੂੰ ਹਰ ਮਹੀਨੇ 5-6 ਹਜ਼ਾਰ ਭੇਜ ਦਿਆ ਕਰੀਂ ਤਾਂ ਕਿ ਇੱਥੇ ਮੈਂ ਆਪਣਾ ਗੁਜ਼ਾਰਾ ਕਰ ਸਕਾਂ। ਤੇਰੇ ਜਾਣ ਤੋਂ ਬਾਅਦ ਮੈਨੂੰ ਇੱਥੇ ਭੀਖ ਨਾ ਮੰਗਣੀ ਪਵੇ। ਪਾਪਾ ਨੇ ਮੰਮੀ ਨਾਲ ਸੌਦਾ ਕੀਤਾ, ਪਰ 6 ਹਜ਼ਾਰ ਮਹਿੰਗੇ ਸੀ। ਪਰ ਮਾਂ ਨੂੰ ਮਹਿੰਗੇ ਨਾ ਲੱਗੇ। ਇਸੇ ਬਹਾਨੇ ਸ਼ਹਿਰ ਜਾ ਕੇ ਕਮਾਉਣ ਨੂੰ ਤਾਂ ਮਿਲੇਗਾ। ਮੈਨੂੰ ਅਤੇ ਮੇਰੇ ਛੋਟੇ ਭਰਾ ਨੂੰ ਲੈ ਕੇ ਮਾਸੀ ਦੇ ਨਾਲ ਇੱਥੇ ਵੱਡੇ ਸ਼ਹਿਰ ਲਖਨਊ ਵਿੱਚ ਆ ਗਈ। ਇੱਥੇ ਵੱਡੇ ਬੰਗਲਿਆਂ ਦੇ ਲਾਗੇ ਵਿੱਚ ਇੱਕ ਕੱਚੀ ਬਸਤੀ ਵਿੱਚ ਕਿਰਾਏ ਦਾ ਮਕਾਨ ਮਿਲ ਗਿਆ ਸੀ। ਮਾਸੀ ਦੀ ਇੱਕ ਬੇਟੀ ਮੇਰੀ ਉਮਰ ਦੀ ਸੀ, ਜੋ ਇੱਕ ਸਕੂਲ ਵਿੱਚ ਪੜ੍ਹਨ ਜਾਂਦੀ ਸੀ। ਉਹ 5ਵੀਂ ਕਲਾਸ ਵਿੱਚ ਸੀ। ਮੈਨੂੰ ਵੀ ਪੜ੍ਹਨ ਦਾ ਬਹੁਤ ਸ਼ੌਂਕ ਸੀ। ਮੈਂ ਵੀ ਜਿੱਦ ਕੀਤੀ ਕਿ ਮੈਂ ਪਿੰਕੀ ਦੇ ਨਾਲ ਸਕੂਲ ਜਾਵਾਂਗੀ। ਮੈਂ ਮਾਂ ਨੂੰ ਕਿਹਾ, ਮਾਸੀ ਬੋਲਦੀ ਫੀਸ ਮਾਮੂਲੀ ਜਿਹੀ ਹੈ, ਜਦੋਂ ਤੱਕ ਕੋਈ ਕੰਮ ਨਹੀਂ ਮਿਲਦਾ ਉਸੇ ਸਕੂਲ ਵਿੱਚ ਦਾਖਲਾ ਕਰਾ ਦਿਓ। ਇਹ ਵੀ 6ਵੀਂ-7ਵੀਂ ਕਲਾਸ ਤੱਕ ਪੜ੍ਹ ਲਵੇਗੀ ਤਾਂ ਸਾਨੂੰ ਦੁਆਵਾਂ ਦੇਵੇਗੀ। ਉਹਨਾਂ ਨੇ ਮਾਸੀ ਦੇ ਕਹਿਣ ਤੇ ਸਕੂਲ ਵਿੱਚ ਮੇਰਾ ਦਾਖਲਾ ਕਰਵਾ ਦਿੱਤਾ। ਮੇਰੀ ਮਾਂ ਦਾ ਖਿਆਲ ਸੀ ਕਿ ਮੈਂ ਉਹਨਾਂ ਦੇ ਨਾਲ ਕੋਠੀਆਂ ਵਿੱਚ ਜਾ ਕੇ ਉਹਨਾਂ ਦਾ ਹੱਥ ਵਟਾਵਾਂਗੀ, ਕਿਉਂਕਿ ਮਾਂ ਪਿਓ ਨਾਲ ਵਾਅਦਾ ਕਰਕੇ ਆਈ ਸੀ ਹਰ ਮਹੀਨੇ ਪਿੰਡ ਵਿੱਚ ਪੈਸੇ ਭੇਜਣ ਦਾ, ਅਤੇ ਸਾਡੇ ਪੱਲੇ ਕੁਝ ਵੀ ਨਹੀਂ ਸੀ, ਜਦ ਕਿ ਗਰੀਬੀ ਸੀ। ਜਲਦੀ ਹੀ ਮਾਸੀ ਨੇ ਮੰਮੀ ਨੂੰ ਕੋਠੀ ਵਿੱਚ ਘਰ ਦਾ ਕੰਮ ਦਵਾ ਦਿੱਤਾ ਸੀ। 3 ਘਰ ਵਿੱਚ ਝਾੜੂ ਪੋਚਾ ਲਾਉਣਾ ਸੀ, ਇੱਕ ਘਰ ਵਿੱਚ ਰੋਟੀ ਪਕਾਉਣ ਜਾਂਦੀ ਸੀ ਤਾਂ ਸਾਨੂੰ ਹੁਣ ਕੋਠੀਆਂ ਵਾਲਿਆਂ ਦਾ ਬਚਿਆ ਕੁਚਿਆ ਖਾਣਾ ਵੀ ਮਿਲ ਜਾਂਦਾ ਸੀ। ਥੋੜੇ ਘਰਾਂ ਵਿੱਚ ਬਰਤਨ ਅਤੇ ਕੱਪੜੇ ਧੋ ਕੇ ਸ਼ਾਮ ਹੁੰਦੇ ਹੀ ਥੱਕੀ ਹਾਰੀ ਸਾਡੇ ਲਈ ਹੀ ਕੰਮ ਕਰਿਆ ਕਰਦੀ ਸੀ। ਮੇਰੀ ਮੰਮੀ ਵੀ 15 ਤੋਂ 20 ਹਜ਼ਾਰ ਤੱਕ ਕਮਾ ਲੈਂਦੀ ਸੀ। ਮੇਰੀ ਮੰਮੀ ਚਾਹੁੰਦੀ ਸੀ ਕਿ ਮੈਂ ਇਸ ਮਾੜੇ ਵਕਤ ਵਿੱਚ ਮੰਮੀ ਦਾ ਸਾਥ ਦੇਵਾਂ, ਪਰ ਮੇਰੇ ਉੱਤੇ ਤਾਂ ਪੜ੍ਹਾਈ ਦਾ ਭੂਤ ਸਵਾਰ ਸੀ। ਸਕੂਲ ਤੋਂ ਆਉਂਦੀ ਤਾਂ ਖਾਣਾ ਖਾਂਦੀ ਜਾਂ ਨਾ ਖਾਂਦੀ, ਪਰ ਉਸ ਘਰ ਵਿੱਚ ਜਲਦੀ ਜਾਣਾ ਪੈਂਦਾ। ਜਿੱਥੇ ਮਾਂ ਕੰਮ ਕਰਦੀ ਹੁੰਦੀ ਸੀ ਤਾਂ ਮੈਂ ਝਾੜੂ ਲਗਾ ਦਿੰਦੀ ਤੇ ਮਾਂ ਪੋਚਾ ਲਗਾ ਦਿੰਦੀ, ਤਾਂ ਫਿਰ ਮੈਂ ਕੱਪੜੇ ਧੋ ਦਿੰਦੀ। ਇਸ ਤਰੀਕੇ ਨਾਲ ਅਸੀਂ ਦੋਨੋਂ ਮਾਂ ਬੇਟੀ ਮਿਲ ਕੇ ਕੰਮ ਕਰ ਲੈਂਦੇ। ਇੱਦਾਂ ਮੈਂ ਆਪਣੀ ਮਾਂ ਦਾ ਸਾਥ ਦਿੱਤਾ ਤੇ ਮੈਂ ਸਕੂਲ ਵੀ ਰੋਜ਼ਾਨਾ ਜਾਂਦੀ ਸੀ। ਜਦੋਂ ਮੈਂ 10ਵੀਂ ਪਾਸ ਕਰ ਲਈ ਸੀ, ਉੱਥੇ ਮੇਰੀ ਇੱਕ ਸਹੇਲੀ ਬਣ ਗਈ ਸੀ। ਉਹ ਮੇਰੇ ਹਾਣ ਦੀ ਸੀ। ਉਸਦਾ ਨਾਮ ਰਬੀਨਾ ਸੀ। ਮੈਂ ਉਸਨੂੰ ਆਪਣੇ ਘਰੇ ਸਾਰੇ ਹਾਲਾਤ ਦੱਸ ਦਿੱਤੇ। ਉਹ ਇੱਕ ਵੱਡੇ ਘਰਾਣੇ ਨਾਲ ਤਾਲੁਕ ਰੱਖਦੀ ਸੀ। ਇੱਕ ਦਿਨ ਉਸਦੇ ਭਰਾ ਦੇ ਵਿਆਹ ਵਿੱਚ ਗਈ ਤਾਂ ਉਸਦੀ ਮਾਮੀ ਨੇ ਮੈਨੂੰ ਦੇਖਿਆ ਤੇ ਕਿਹਾ, ਜੇਕਰ ਤੂੰ ਸਕੂਲ ਆਉਣ ਤੋਂ ਬਾਅਦ ਮੇਰੇ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਦੇਵੇਂ ਤਾਂ ਮੈਂ ਤੈਨੂੰ ਫੀਸ ਦੇਵਾਂਗੀ ਅਤੇ ਫੀਸ ਵੀ ਚੰਗੀ ਦੇਵਾਂਗੀ। ਮੈਂ ਤੁਰੰਤ ਹਾਂ ਕਰ ਦਿੱਤੀ ਕਿ ਲੋਕਾਂ ਦੇ ਘਰਾਂ 'ਚ ਜੂਠੇ ਬਰਤਨ ਧੋਣ ਤੋਂ ਤਾਂ ਚੰਗਾ ਹੈ ਟਿਊਸ਼ਨ ਪੜ੍ਹਾਉਣਾ। ਉਸ ਔਰਤ ਦਾ ਨਾਮ ਤਾਂ ਬਬੀਤਾ ਸੀ, ਪਰ ਸਾਰੇ ਉਸ ਨੂੰ ਠੇਕੇਦਾਰ ਦੀ ਪਤਨੀ ਕਿਹਾ ਕਰਦੇ ਸੀ।
ਘਰ ਜ਼ਿਆਦਾ ਦੂਰ ਨਹੀਂ ਸੀ, ਇਸ ਕਰਕੇ ਮੇਰੀ ਮੰਮੀ ਨੇ ਵੀ ਮੈਨੂੰ ਹੀ ਇਜਾਜ਼ਤ ਦੇ ਦਿੱਤੀ ਸੀ। ਹੁਣ ਮੈਂ ਰੋਜ਼ਾਨਾ ਉਹਨਾਂ ਦੇ ਘਰ ਸ਼ਾਮ ਨੂੰ 4 ਵਜੇ ਜਾਣ ਲੱਗੀ। ਉਹਨਾਂ ਦੇ 3 ਬੱਚੇ ਸੀ ਜੋ ਇੰਗਲਿਸ਼ ਮੀਡੀਅਮ ਸਕੂਲ ਵਿੱਚ ਪੜ੍ਹਦੇ ਸੀ। ਉਹਨਾਂ ਦੀ ਹਿੰਦੀ ਬਹੁਤ ਕਮਜ਼ੋਰ ਸੀ। ਮੈਂ ਹਿੰਦੀ ਪੜ੍ਹਾਉਣ ਲੱਗ ਗਈ। ਉਸ ਸਮੇਂ ਮੇਰੀ ਉਮਰ 16 ਸਾਲ ਦੀ ਸੀ। ਰੰਗ ਤਾਂ ਮੇਰਾ ਬਚਪਨ ਤੋਂ ਹੀ ਗੋਰਾ ਚਿੱਟਾ ਸੀ। ਮੈਂ ਖੂਬਸੂਰਤ ਇੰਨੀ ਸੀ ਕਿ ਲੋਕ ਮੈਨੂੰ ਤੱਕਦੇ ਰਹਿੰਦੇ ਸੀ। ਕੱਦ ਤੋਂ ਵੀ ਮੈਂ ਚੰਗੀ ਸੀ। ਬਬੀਤਾ ਆਂਟੀ ਦੇ ਘਰ ਵਿੱਚ ਉਹਨਾਂ ਦੇ ਪਤੀ ਅਤੇ ਬੱਚਿਆਂ ਤੋਂ ਇਲਾਵਾ ਸਿਵਾਏ ਨੌਕਰ ਦੇ ਕੋਈ ਨਹੀਂ ਸੀ। ਠੇਕੇਦਾਰ ਸਾਹਿਬ ਬਹੁਤ ਵਫਾਦਾਰ ਚੰਗੇ ਆਦਮੀ ਸੀ। ਉਹ ਮੈਨੂੰ ਕਦੀ ਨਜ਼ਰ ਉਠਾ ਕੇ ਨਹੀਂ ਦੇਖਦੇ ਸੀ। ਮੈਨੂੰ ਤਾਂ ਸਿਰਫ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਣਾ ਸੀ। ਬੱਚੇ ਵੀ ਬਹੁਤ ਚੰਗੇ ਸੀ, ਇੰਟੈਲੀਜੈਂਟ ਸੀ। ਮੇਰੇ ਨਾਲ ਹਮੇਸ਼ਾ ਤਮੀਜ਼ ਨਾਲ ਗੱਲ ਕਰਦੇ ਸੀ ਅਤੇ ਜੋ ਮੈਂ ਹੋਮਵਰਕ ਦਿੰਦੀ ਉਹ ਜਲਦੀ ਨਾਲ ਕਰ ਲੈਂਦੇ। ਜੇਕਰ ਕਦੀ ਬਬੀਤਾ ਆਂਟੀ ਘਰ ਵਿੱਚ ਨਹੀਂ ਹੁੰਦੀ ਤਾਂ ਠੇਕੇਦਾਰ ਸਾਹਿਬ ਦਾ ਨੌਕਰ ਮੈਨੂੰ ਗੇਟ ਉੱਤੇ ਹੀ ਕਹਿ ਕੇ ਵਾਪਸ ਭੇਜ ਦਿੰਦਾ ਸੀ ਕਿ ਬਬੀਤਾ ਤੇ ਠੇਕੇਦਾਰ ਸਾਹਿਬ ਅੱਜ ਘਰ ਵਿੱਚ ਨਹੀਂ ਹੈ, ਤੁਸੀਂ ਕੱਲ੍ਹ ਆ ਜਾਣਾ। ਤੇ ਮੈਂ ਘਰ ਆ ਜਾਂਦੀ ਤੇ ਜਦੋਂ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਛੁੱਟੀ ਹੁੰਦੀ ਤਾਂ ਮੈਂ ਉਹਨਾਂ ਦੇ ਘਰ ਹੀ ਬੈਠ ਜਾਂਦੀ, ਕਿਉਂਕਿ ਮੰਮੀ ਜਦ ਕੰਮ ਤੋਂ ਫ੍ਰੀ ਹੁੰਦੀ ਤਾਂ ਮੈਨੂੰ ਉਹਨਾਂ ਦੇ ਘਰੋਂ ਵਾਪਸ ਆਪਣੇ ਘਰ ਲੈ ਜਾਂਦੀ। ਹੌਲੀ ਹੌਲੀ ਅਸੀਂ ਮਾਂ ਬੇਟੀਆਂ ਆਂਟੀ ਦੇ ਕਰੀਬ ਆਉਂਦੀਆਂ ਗਈਆਂ। ਉਹ ਬਹੁਤ ਚੰਗੀ ਔਰਤ ਸੀ ਤੇ ਰਹਿਮ ਦਿਲ ਔਰਤ ਸੀ। ਉਹ ਸਾਡੀ ਹਾਲਤ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਉਹਨਾਂ ਤੋਂ ਸਾਡੇ ਘਰ ਦੀ ਕੋਈ ਵੀ ਗੱਲ ਲੁਕੀ ਹੋਈ ਨਹੀਂ ਸੀ। ਅਸੀਂ ਮਾਂ ਬੇਟੀ ਉਸ ਘਰ ਦੇ ਅਹਿਸਾਨਮੰਦ ਸੀ। ਜਦੋਂ ਠੇਕੇਦਾਰ ਸਾਹਿਬ ਨੂੰ ਆਪਣੀ ਪਤਨੀ ਦੇ ਜ਼ਰੀਏ ਸਾਡੇ ਹਾਲਾਤ ਪਤਾ ਲੱਗੇ ਤਾਂ ਇਨਸਾਨੀ ਹਮਦਰਦੀ ਦੇ ਤਹਿਤ ਮੇਰੀ ਮੰਮੀ ਨੂੰ ਮਕਾਨ ਕਿਰਾਏ ਦੀ ਮਦਦ ਵਿੱਚ ਪੈਸੇ ਦੇਣ ਲੱਗੇ ਸੀ। ਮਾਸੀ ਦਾ ਮਕਾਨ ਉਹਨਾਂ ਦੇ ਟੱਬਰ ਦੇ ਹਿਸਾਬ ਨਾਲ ਛੋਟਾ ਪੈਂਦਾ ਸੀ। ਹੁਣ ਸਾਨੂੰ ਆਪਣਾ ਅਲੱਗ ਤੋਂ ਕਿਰਾਏ ਦਾ ਕਮਰਾ ਲੈਣਾ ਸੀ, ਪਰ ਇੱਕ ਕਮਰੇ ਦਾ ਕਿਰਾਇਆ ਵੀ 8,000 ਤੋਂ ਘੱਟ ਨਹੀਂ ਸੀ। ਠੇਕੇਦਾਰ ਸਾਹਿਬ ਨੇ ਸਾਡੀ ਬਹੁਤ ਮਦਦ ਕੀਤੀ। ਸਾਡੇ ਦਿਨ ਬਹੁਤ ਚੰਗੇ ਹੋ ਗਏ ਅਤੇ ਮੰਮੀ ਦੀ ਮਿਹਨਤ ਮਜ਼ਦੂਰੀ ਦੇ ਪੈਸੇ ਜਾਣ ਦੇ ਬਜਾਏ ਹੁਣ ਸਾਡੇ ਕੰਮ ਆਉਣ ਲੱਗੇ। ਹੁਣ ਸਾਡੇ ਦਿਨ ਚੰਗੇ ਇਹ ਹੁੰਦੇ ਜਾ ਰਹੇ ਸੀ। ਅਸੀਂ ਚੰਗਾ ਖਾਣਾ ਤੇ ਚੰਗਾ ਪਾਉਣ ਦੇ ਲਾਇਕ ਹੋ ਗਏ ਸੀ। ਅਸੀਂ ਪੱਖਾ ਤੇ ਇੱਕ ਪੁਰਾਣਾ ਟੀਵੀ ਵੀ ਖਰੀਦ ਲਿਆ ਤੇ ਹੋਰ ਜ਼ਰੂਰੀ ਘਰੇਲੂ ਸਮਾਨ ਵੀ ਬਹੁਤ ਜ਼ਿਆਦਾ ਖਰੀਦ ਲਿਆ। ਹੁਣ ਸਾਡੇ ਦਿਨ ਬਹੁਤ ਚੰਗੀ ਤਰ੍ਹਾਂ ਗੁਜ਼ਰੇ ਸਨ। ਇੱਕ ਦਿਨ ਮੇਰੀ ਸਹੇਲੀ ਪਿੰਕੀ ਸਾਡੇ ਘਰ ਆਈ। ਉਸਨੇ ਮੈਨੂੰ ਕਿਹਾ ਕਿ ਤੂੰ ਮੇਰੇ ਮਾਮੇ ਦੇ ਘਰ ਕੁਝ ਦਿਨ ਕੰਮ ਕਰੇਂਗੀ। ਮੇਰੀ ਮਾਮੀ 3 ਮਹੀਨਿਆਂ ਦੇ ਲਈ ਆਪਣੇ ਪੇਕਿਆਂ ਤੇ ਗਈ ਆ। ਬੱਚੇ ਵੀ ਨਾਲ ਗਏ ਹਨ। ਗਰਮੀਆਂ ਦੀਆਂ ਛੁੱਟੀਆਂ ਆਪਣੇ ਨਾਨਾ ਨਾਨੀ ਦੇ ਘਰ ਗੁਜ਼ਾਰਨਗੇ। ਮਾਮਾ ਜੀ ਘਰ ਵਿੱਚ ਇਕੱਲੇ ਹਨ। ਤੈਨੂੰ ਅਤੇ ਤੇਰੀ ਮੰਮੀ ਨੂੰ ਬੁਲਾਇਆ ਹੈ। ਜਦੋਂ ਤੱਕ ਮਾਮੀ ਨਹੀਂ ਆ ਜਾਂਦੀ ਉਦੋਂ ਤੱਕ ਤੁਸੀਂ ਉਹਨਾਂ ਦਾ ਘਰ ਸੰਭਾਲੋ। ਉਹ ਤੁਹਾਨੂੰ ਉਸ ਦੀ ਅਲੱਗ ਤਨਖਾਹ ਦੇਣਗੇ। ਨਾ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ ਸੀ। ਉਹਨਾਂ ਦੇ ਤਾਂ ਸਾਡੇ ਉੱਤੇ ਪਹਿਲਾਂ ਹੀ ਬਹੁਤ ਅਹਿਸਾਨ ਸੀ। ਮੈਂ ਮੰਮੀ ਨੂੰ ਦੱਸ ਦਿੱਤਾ ਤੇ ਅਗਲੇ ਦਿਨ ਤੋਂ ਅਸੀਂ ਠੇਕੇਦਾਰ ਸਾਹਿਬ ਦੇ ਉੱਥੇ ਕੰਮ ਕਰਨ ਲੱਗੇ। 2 ਮਹੀਨੇ ਕਦੋਂ ਲੰਘ ਗਏ ਕੁਝ ਪਤਾ ਹੀ ਨਹੀਂ ਲੱਗਿਆ। ਹੁਣ ਠੇਕੇਦਾਰ ਸਾਹਿਬ ਦੇ ਪਤਨੀ ਅਤੇ ਬੱਚੇ ਵੀ ਘਰ ਆ ਗਏ ਸੀ। ਉਹਨਾਂ ਦੇ ਨਾਲ ਉਹਨਾਂ ਦੀ ਪੁਰਾਣੀ ਨੌਕਰਾਣੀ ਵੀ ਸੀ। ਹੁਣ ਉਹਨਾਂ ਨੂੰ ਮੇਰੀ ਮੰਮੀ ਦੀ ਜ਼ਰੂਰਤ ਨਹੀਂ ਸੀ। ਮੇਰੇ ਵੀ ਪੇਪਰ ਆਉਣ ਵਾਲੇ ਸੀ। ਮੈਂ ਵੀ ਫ੍ਰੀ ਨਹੀਂ ਸੀ। ਉਦੋਂ ਠੇਕੇਦਾਰ ਸਾਹਿਬ ਨੇ ਕਿਹਾ, ਤੁਸੀਂ ਕਦੀ ਆ ਜਾਇਆ ਕਰੋ। ਕੁਝ ਕੰਮ ਰਹਿ ਜਾਂਦੇ ਹਨ ਜੋ ਤੁਹਾਡੇ ਤੋਂ ਕਰਵਾ ਲਿਆ ਕਰਾਂਗੇ। ਮੈਨੂੰ ਠੇਕੇਦਾਰ ਸਾਹਿਬ ਦੀ ਪਤਨੀ ਦੇ ਕੋਲ ਗਈ ਨੂੰ 15 ਦਿਨ ਹੋ ਗਏ ਸੀ। ਇੱਕ ਦਿਨ ਮੇਰੀ ਸਹੇਲੀ ਆਈ ਅਤੇ ਮੈਨੂੰ ਕਿਹਾ, ਮਾਮਾ ਜੀ ਤੈਨੂੰ ਬੁਲਾ ਰਹੇ ਹਨ। ਮੈਂ ਕਿਹਾ, ਕਿਉਂ? ਮੈਨੂੰ ਆਪਣੇ ਕੰਨਾਂ ਦੇ ਬਿਲਕੁਲ ਯਕੀਨ ਨਹੀਂ ਆਇਆ। ਮੈਨੂੰ ਲੱਗਿਆ ਕਿ ਇਹ ਮਜ਼ਾਕ ਕਰ ਰਹੀ ਹੈ। ਉਦੋਂ ਹੀ ਉਸ ਨੇ ਵਜ੍ਹਾ ਦੱਸੀ। ਮਾਮਾ ਤੇ ਮਾਮੀ ਨੇ ਬੁਲਾਇਆ ਹੈ। ਮਾਮੀ ਤਾਂ ਹਸਪਤਾਲ ਵਿੱਚ ਦਾਖਲ ਹੈ। ਉਹਨਾਂ ਦਾ ਆਪਰੇਸ਼ਨ ਹੋਇਆ ਹੈ। ਖੈਰ ਮੈਨੂੰ ਜਾਣਾ ਪਿਆ। ਪਹਿਲੀ ਵਾਰ ਮੇਰੀ ਠੇਕੇਦਾਰ ਸਾਹਿਬ ਨਾਲ ਗੱਲਬਾਤ ਹੋਈ। ਕਦੀ ਖਾਣਾ ਬਣਾਉਣ ਨੂੰ ਕਹਿੰਦੇ ਤੇ ਕਦੀ ਆਪਣੇ ਕੱਪੜੇ ਪ੍ਰੈਸ ਕਰਵਾਉਂਦੇ। ਮੇਰੇ ਕੋਲੋਂ ਆਪਣੀ ਪਸੰਦ ਦਾ ਖਾਣਾ ਵੀ ਬਣਵਾਉਂਦੇ। ਉਹਨਾਂ ਦੀ ਪੁਰਾਣੀ ਨੌਕਰਾਣੀ ਹੁਣ ਬਬੀਤਾ ਆਂਟੀ ਦੇ ਨਾਲ ਹਸਪਤਾਲ ਵਿੱਚ ਸੀ।
ਅਤੇ ਘਰ ਦਾ ਸਾਰਾ ਕੰਮ ਮੈਨੂੰ ਸੰਭਾਲਣਾ ਪੈਂਦਾ ਸੀ। ਠੇਕੇਦਾਰ ਸਾਹਿਬ ਦੀ ਪਤਨੀ 1 ਮਹੀਨਾ ਹਸਪਤਾਲ ਵਿੱਚ ਰਹੀ ਸੀ। ਉਸ ਵਿੱਚ ਠੇਕੇਦਾਰ ਸਾਹਿਬ ਤੇ ਉਹਨਾਂ ਦੇ ਬੱਚਿਆਂ ਦਾ ਨਾਸ਼ਤਾ ਮੈਂ ਹੀ ਕਰਵਾਉਂਦੀ ਸੀ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਦੇ ਘਰ ਹੀ ਰਹਿੰਦੀ ਸੀ। ਮੰਮੀ ਨੇ ਕਈ ਹੋਰ ਘਰਾਂ ਵਿੱਚ ਕੰਮ ਫੜਿਆ ਹੋਇਆ ਸੀ। ਮੈਨੂੰ ਇਕੱਲੀ ਨੂੰ ਠੇਕੇਦਾਰ ਘਰ ਭੇਜ ਦਿੰਦੀ ਸੀ। ਉਹਨਾਂ ਲੋਕਾਂ ਤੇ ਮੇਰੀ ਮੰਮੀ ਨੂੰ ਪੂਰਾ ਵਿਸ਼ਵਾਸ ਸੀ। ਬੇਸ਼ੱਕ ਠੇਕੇਦਾਰ ਸਾਹਿਬ ਨੇ ਉਹਨਾਂ ਦੇ ਵਿਸ਼ਵਾਸ ਨੂੰ ਕਦੀ ਤਕਲੀਫ ਨਹੀਂ ਪਹੁੰਚਾਈ ਸੀ। ਪਰ ਜਦੋਂ ਮੇਰੇ ਪੇਪਰ ਖਤਮ ਹੋਏ, ਇੱਕ ਦਿਨ ਠੇਕੇਦਾਰ ਸਾਹਿਬ ਦੀ ਭੈਣ ਸਾਡੇ ਘਰੇ ਆਈ ਤੇ ਇੱਕ ਅਮੀਰਜ਼ਾਦੀ ਨੂੰ ਆਪਣੇ ਗਰੀਬ ਖਾਨੇ ਵਿੱਚ ਦੇਖ ਕੇ ਅਸੀਂ ਪਰੇਸ਼ਾਨ ਹੋ ਗਏ। ਆਖਿਰ ਉਹਨਾਂ ਦੇ ਆਉਣ ਦੀ ਵਜ੍ਹਾ ਕੀ ਸੀ? ਮੰਮੀ ਜਲਦੀ ਨਾਲ ਬਾਜ਼ਾਰ ਗਈ ਅਤੇ ਉਹਨਾਂ ਦੇ ਖਾਣ ਦੇ ਲਈ ਕੁਝ ਲੈ ਕੇ ਆਈ। ਓਨੀ ਦੇਰ ਵਿੱਚ ਮੈਂ ਉਹਨਾਂ ਦੇ ਲਈ ਚਾਹ ਬਣਾ ਦਿੱਤੀ ਸੀ। ਇੱਧਰ ਉੱਧਰ ਦੀਆਂ ਗੱਲਾਂ ਕਰਕੇ ਕੁਝ ਦੇਰ ਬਾਅਦ ਉਹਨਾਂ ਨੇ ਆਪਣਾ ਇਰਾਦਾ ਦੱਸਿਆ ਕਿ ਬਬੀਤਾ ਬਿਮਾਰ ਸੀ ਅਤੇ ਬਬੀਤਾ ਮੇਰੇ ਘਰ ਆਈ ਸੀ ਤਾਂ ਤੁਸੀਂ ਤਾਂ ਤੇਰੀ ਮੰਮੀ ਨੇ ਮੇਰੇ ਭਰਾ ਦਾ ਸਾਰਾ ਕੰਮ-ਕਾਜ ਸੰਭਾਲਿਆ ਸੀ। ਮੇਰੀ ਮੰਮੀ ਨੇ ਕਿਹਾ ਕਿ ਅਸੀਂ ਉਹਨਾਂ ਦੇ ਘਰ ਹਮੇਸ਼ਾ ਲਈ ਨਹੀਂ ਰਹਿ ਸਕਦੇ ਸੀ, ਵਰਨਾ 4-5 ਘਰਾਂ ਦਾ ਕੰਮ ਛੁੱਟ ਜਾਂਦਾ ਤਾਂ ਸਾਡਾ ਗੁਜ਼ਾਰਾ ਕਿਵੇਂ ਹੁੰਦਾ। ਜੇਕਰ ਤੂੰ ਨਹੀਂ ਆ ਸਕਦੀ ਤਾਂ ਆਪਣੀ ਬੇਟੀ ਅਵਨੀਤ ਨੂੰ ਭੇਜ ਦਿਓ, ਠੇਕੇਦਾਰ ਸਾਹਿਬ ਨੇ ਕਿਹਾ ਹੈ। ਪਰ ਇਹ ਕਿੱਦਾਂ ਹੋ ਸਕਦਾ ਹੈ? ਇੱਕ ਘਰ ਵਿੱਚ ਇਹ ਰਾਤ ਦਿਨ ਕਿੱਦਾਂ ਇਕੱਲੀ ਰਹਿ ਸਕਦੀ ਹੈ? ਉਦੋਂ ਹੀ ਠੇਕੇਦਾਰ ਸਾਹਿਬ ਦੀ ਭੈਣ ਬੋਲੀ, ਇਸ ਦਾ ਵੀ ਹੱਲ ਹੈ। ਤੂੰ ਆਪਣੀ ਬੇਟੀ ਦਾ ਵਿਆਹ ਠੇਕੇਦਾਰ ਸਾਹਿਬ ਨਾਲ ਕਰਵਾ ਦੇ ਅਤੇ ਠੇਕੇਦਾਰ ਸਾਹਿਬ ਵੀ ਤੇਰੀ ਬੇਟੀ ਨਾਲ ਵਿਆਹ ਕਰਨਾ ਚਾਹੁੰਦਾ ਹੈ। ਪਰ ਇਹ ਕਿੱਦਾਂ ਮੁਮਕਿਨ ਹੈ? ਮੇਰੀ ਮਾਂ ਤਾਂ ਡੂੰਘੀ ਸੋਚ ਵਿੱਚ ਪੈ ਗਈ। ਮੇਰੀ ਮਾਂ ਨੇ ਕਿਹਾ, ਤੁਸੀਂ ਸਾਡੇ ਗਰੀਬਾਂ ਨਾਲ ਕਿਉਂ ਮਜ਼ਾਕ ਕਰ ਰਹੇ ਹੋ? ਭਲਾ ਸਾਡੇ ਗਰੀਬਾਂ ਵਿੱਚ ਇੱਦਾਂ ਦੀ ਕੀ ਖੂਬੀ ਹੈ? ਦੌਲਤਮੰਦ ਆਦਮੀ ਮੇਰੀ ਬੇਟੀ ਨਾਲ ਵਿਆਹ ਕਰਨ ਦੀ ਦਿਲਚਸਪੀ ਕਿਉਂ ਲੈ ਰਿਹਾ ਹੈ? ਉਹਨਾਂ ਦੇ ਤਾਂ ਪਤਨੀ ਅਤੇ ਬੱਚੇ ਵੀ ਹਨ। ਦਰਅਸਲ ਗੱਲ ਇਹ ਹੈ ਕਿ ਭਾਬੀ ਨੂੰ ਡਾਕਟਰ ਨੇ ਇੱਕ ਇੱਦਾਂ ਦੀ ਬਿਮਾਰੀ ਦੱਸੀ ਹੈ ਜੋ ਬਿਲਕੁਲ ਬੇਇਲਾਜ ਹੈ। ਹੁਣ ਗੱਲ ਸਮਝ ਵਿੱਚ ਆ ਗਈ ਸੀ। ਠੇਕੇਦਾਰ ਸਾਹਿਬ ਨੂੰ ਹੁਣ ਬੱਚਿਆਂ ਦੇ ਦੇਖਭਾਲ ਲਈ ਇੱਕ ਔਰਤ ਹਮੇਸ਼ਾ ਚਾਹੀਦੀ ਸੀ, ਪਰ ਵਿਆਹ ਕਰਨਾ ਤਾਂ ਇੱਕ ਚੰਗੇ ਘਰ ਵਿੱਚ ਵੀ ਕਰ ਸਕਦੇ ਹਨ, ਕਿਉਂਕਿ ਉਹ ਬਹੁਤ ਅਮੀਰ ਆਦਮੀ ਸੀ। ਫਿਰ ਉਹ ਮੇਰੇ ਵਰਗੀ ਗਰੀਬ ਕੁੜੀ ਨਾਲ ਕਿਉਂ ਵਿਆਹ ਕਰਨਾ ਚਾਹੁੰਦਾ ਸੀ? ਠੇਕੇਦਾਰ ਸਾਹਿਬ ਇੰਨੇ ਬੁੱਢੇ ਨਹੀਂ ਸੀ ਕਿ ਕੋਈ ਚੰਗਾ ਰਿਸ਼ਤਾ ਨਾ ਮਿਲਦਾ। ਮੰਮੀ ਨੇ ਕਿਹਾ ਕਿ ਬਬੀਤਾ ਇੱਕ ਚੰਗੀ ਔਰਤ ਹੈ। ਉਹਨਾਂ ਦੇ ਸਾਡੇ ਉੱਤੇ ਬਹੁਤ ਅਹਿਸਾਨ ਹਨ। ਜਦੋਂ ਤੱਕ ਉਹ ਜਿਉਂਦੀ ਹੈ ਉਦੋਂ ਤੱਕ ਠੇਕੇਦਾਰ ਸਾਹਿਬ ਨੂੰ ਆਪਣੇ ਵਿਆਹ ਬਾਰੇ ਨਹੀਂ ਸੋਚਣਾ ਚਾਹੀਦਾ। ਵੈਸੇ ਵੀ ਜਦੋਂ ਤੱਕ ਮੈਂ ਉਹਨਾਂ ਦੀ ਪਤਨੀ ਤੋਂ ਪੁੱਛ ਨਾ ਲਵਾਂ ਕੋਈ ਜਵਾਬ ਨਹੀਂ ਦੇ ਸਕਦੀ। ਉਹ ਚੰਗੀ ਔਰਤ ਹੈ। 15 ਦਿਨਾਂ ਬਾਅਦ ਉਹਨਾਂ ਦੀ ਭੈਣ ਫਿਰ ਆਈ ਅਤੇ ਕਿਹਾ ਕਿ ਬਬੀਤਾ ਭਾਬੀ ਬਹੁਤ ਬਿਮਾਰ ਹੈ ਅਤੇ ਉਹਨਾਂ ਦੇ ਬੱਚਿਆਂ ਦੀ ਹਾਲਤ ਬਹੁਤ ਖਰਾਬ ਹੈ। ਇੱਕ ਵਾਰ ਆ ਕੇ ਖੁਦ ਦੇਖ ਲਵੋ। ਉਹਨਾਂ ਦੀ ਗੱਲ ਸੁਣ ਕੇ ਮੰਮੀ ਠੇਕੇਦਾਰ ਸਾਹਿਬ ਨੂੰ ਦੇਖਣ ਗਈ ਅਤੇ ਉਹ ਵਾਕਿਆ ਹੀ ਬਿਮਾਰ ਸੀ ਅਤੇ ਉਹਨਾਂ ਦੀ ਭੈਣ ਆਪਣਾ ਘਰ ਛੱਡ ਕੇ ਉਹਨਾਂ ਦੇ ਨਾਲ ਰਹਿ ਰਹੀ ਸੀ। ਮੰਮੀ ਨੇ ਕਿਹਾ, ਜੇਕਰ ਤੁਸੀਂ ਇੱਥੇ ਹੋ ਤਾਂ ਸਾਡੀ ਬੇਟੀ ਤੁਹਾਡਾ ਹੱਥ ਵਟਾ ਦਿਆ ਕਰੇਗੀ। ਫਿਰ ਦੂਜੇ ਦਿਨ ਜਦੋਂ ਮੈਂ ਉਹਨਾਂ ਦੇ ਘਰ ਗਈ ਤਾਂ ਠੇਕੇਦਾਰ ਸਾਹਿਬ ਦੀ ਤਬੀਅਤ ਠੀਕ ਸੀ। ਮੈਨੂੰ ਦੇਖਿਆ ਤਾਂ ਖੁਸ਼ ਹੋਏ ਅਤੇ ਸਾਡੀ ਬਹੁਤ ਇੱਜ਼ਤ ਕਰਦੇ ਸੀ। ਉਹਨਾਂ ਨੇ ਕਿਹਾ, ਅਵਨੀਤ ਤੂੰ ਕੰਮ ਕਰ, ਪਰ 1-2 ਦਿਨ ਬਾਅਦ ਬੱਚਿਆਂ ਨੂੰ ਦੇਖਣ ਆ ਜਾਇਆ ਕਰ ਅਤੇ ਬੇਖੌਫ ਹੋ ਕੇ ਆਇਆ ਕਰ। ਜੇਕਰ ਮੈਂ ਗਲਤ ਆਦਮੀ ਹੁੰਦਾ ਤਾਂ ਰਿਸ਼ਤੇ ਦਾ ਸੁਨੇਹਾ ਆਪਣੀ ਮਾਂ ਤੇ ਆਪਣੀ ਭੈਣ ਦੇ ਹੱਥ ਨਾ ਪਹੁੰਚਾਉਂਦਾ। ਰਿਸ਼ਤਾ ਮਨਜ਼ੂਰ ਨਾ ਸਹੀ, ਮੇਰਾ ਇਸ ਬੁਰੇ ਵਕਤ ਵਿੱਚ ਸਾਥ ਤਾਂ ਦੇ ਸਕਦੀ ਹੈ ਨਾ। ਮੈਂ ਉਹਨਾਂ ਦੀ ਤਕਲੀਫ ਨੂੰ ਆਪਣੇ ਦਿਲ ਵਿੱਚ ਦਰਦ ਦੀ ਤਰ੍ਹਾਂ ਮਹਿਸੂਸ ਕੀਤਾ, ਪਰ ਚੁੱਪ ਰਹੀ। ਠੇਕੇਦਾਰ ਚੰਗੇ ਇਨਸਾਨ ਦੇ ਨਾਲ-ਨਾਲ ਇੱਕ ਹੈਂਡਸਮ ਆਦਮੀ ਵੀ ਸੀ। ਉਹਨਾਂ ਦੇ ਘਰ ਜਿੰਨਾ ਸਮਾਂ ਰਹਿੰਦੀ, ਉਹਨਾਂ ਨੇ ਕਦੀ ਮੇਰੇ ਨਾਲ ਇੱਦਾਂ ਦੀ ਕੋਈ ਗਲਤ ਹਰਕਤ ਨਹੀਂ ਕੀਤੀ ਸੀ। ਉਹ ਹਮੇਸ਼ਾ ਇੱਜ਼ਤ ਕਰਦੇ ਸੀ
ਅਤੇ ਹਮੇਸ਼ਾ ਤਮੀਜ਼ ਨਾਲ ਪੇਸ਼ ਆਉਂਦੇ ਸੀ। ਹੁਣ ਉਹਨਾਂ ਦੀ ਪਤਨੀ ਹਸਪੀਟਲ ਤੋਂ ਘਰ ਆ ਗਈ ਸੀ। ਉਹ ਪਹਿਲੇ ਤੋਂ ਚੰਗੀ ਲੱਗ ਰਹੀ ਸੀ। ਮੈਂ 4 ਸਾਲ ਉਹਨਾਂ ਦੇ ਘਰ ਜਾਂਦੀ ਰਹੀ। ਠੇਕੇਦਾਰ ਸਾਹਿਬ ਨੇ ਉਹਨਾਂ ਦੇ ਬਾਅਦ ਵੀ ਮੇਰੇ ਨਾਲ ਵਿਆਹ ਦੇ ਬਾਰੇ ਵਿੱਚ ਕੋਈ ਗੱਲ ਨਹੀਂ ਕੀਤੀ। ਮੈਨੂੰ ਦੇਖ ਕੇ ਆਰਾਮ ਨਾਲ ਸੋਫੇ ਉੱਤੇ ਬੈਠੇ ਹੁੰਦੇ ਤਾਂ ਉੱਠ ਕੇ ਖੜੇ ਹੋ ਜਾਂਦੇ। ਪਰ ਕੁਝ ਸਾਲਾਂ ਬਾਅਦ ਠੇਕੇਦਾਰ ਸਾਹਿਬ ਦੀ ਪਤਨੀ ਫਿਰ ਤੋਂ ਬਹੁਤ ਬਿਮਾਰ ਹੋ ਗਈ ਅਤੇ ਉਹ ਪੇਕੇ ਚਲੀ ਗਈ ਤਾਂ ਉਹਨਾਂ ਦੀ ਭੈਣ ਤੇ ਭਾਬੀ ਵੀ ਦੁਬਾਰਾ ਰਿਸ਼ਤਾ ਲੈ ਕੇ ਮੇਰੀ ਮੰਮੀ ਦੇ ਕੋਲ ਆਈਆਂ। ਸ਼ਾਇਦ ਠੇਕੇਦਾਰ ਸਾਹਿਬ ਨੂੰ ਮੇਰੇ ਨਾਲ ਮੁਹੱਬਤ ਹੋ ਗਈ ਸੀ। ਉਹਨਾਂ ਨੇ ਦੱਸਿਆ ਕਿ ਠੇਕੇਦਾਰ ਸਾਹਿਬ ਬਿਮਾਰ ਹਨ ਅਤੇ ਬੱਚਿਆਂ ਨੂੰ ਅਵਨੀਤ ਦੀ ਜ਼ਰੂਰਤ ਹੈ। ਸਾਡਾ ਵੀ ਇਸ ਗਰੀਬੀ ਵਿੱਚ ਕੋਈ ਮਦਦ ਕਰਨ ਵਾਲਾ ਨਹੀਂ ਸੀ। ਉਹਨਾਂ ਦੀ ਪਤਨੀ ਨਾਲ ਮੈਨੂੰ ਕੋਈ ਜਲਨ ਨਹੀਂ ਸੀ। ਬਸ ਇਹ ਨਸੀਬ ਦੀ ਗੱਲ ਸੀ ਕਿ ਉਹ ਬਿਮਾਰ ਹਨ ਤੇ ਉਹਨਾਂ ਦੇ ਖੁਦ ਹੀ ਠੇਕੇਦਾਰ ਸਾਹਿਬ ਨੂੰ ਦੂਜੇ ਵਿਆਹ ਦੀ ਇਜਾਜ਼ਤ ਦੇ ਦਿੱਤੀ ਸੀ। ਬਬੀਤਾ ਖੁਦ ਚਾਹੁੰਦੀ ਸੀ ਕਿ ਠੇਕੇਦਾਰ ਸਾਹਿਬ ਦੂਜਾ ਵਿਆਹ ਕਰ ਲੈਣ ਤਾਂ ਕਿ ਉਹਨਾਂ ਦੇ ਬੱਚਿਆਂ ਦੀ ਪਰਵਰਿਸ਼ ਅਤੇ ਦੇਖਭਾਲ ਚੰਗੀ ਤਰ੍ਹਾਂ ਹੋ ਸਕੇ ਅਤੇ ਮੈਂ ਠੇਕੇਦਾਰ ਸਾਹਿਬ ਦੀ ਆਪਣੇ ਬੱਚਿਆਂ ਦੀ ਲਈ ਚੰਗੀ ਲੱਗਦੀ ਸੀ, ਜਦ ਕਿ ਉਸ ਦੌਲਤਮੰਦ ਆਦਮੀ ਨਾਲ ਸਾਡੀ ਗਰੀਬੀ ਦੂਰ ਹੋ ਸਕਦੀ ਸੀ। ਇੱਕ ਦਿਨ ਮੇਰੀ ਮਾਂ ਨੂੰ ਕਿਸੇ ਨੇ ਦੱਸਿਆ ਕਿ ਠੇਕੇਦਾਰ ਸਾਹਿਬ ਦੀ ਪਤਨੀ ਦੀ ਮੌਤ ਉਸਦੇ ਪੇਕਿਆਂ ਤੇ ਹੋ ਗਈ ਹੈ ਅਤੇ ਉਹ ਸਾਰੇ ਉੱਥੇ ਗਏ ਹਨ। ਅਸੀਂ ਉਹਨਾਂ ਦੇ ਘਰ ਗਏ। ਕੋਠੀ ਦੇ ਗੇਟ ਤੇ ਤਾਲਾ ਲੱਗਿਆ ਹੋਇਆ ਸੀ। ਪੂਰੇ 15 ਦਿਨ ਬਾਅਦ ਵਾਪਸ ਆਏ ਤਾਂ ਚੌਕੀਦਾਰ ਨੂੰ ਭੇਜ ਕੇ ਮੰਮੀ ਨੂੰ ਬੁਲਾਇਆ ਤੇ ਕਿਹਾ, ਮੇਰੀ ਪਤਨੀ ਦੀ ਮੌਤ ਹੋ ਚੁੱਕੀ ਹੈ। ਉਸ ਦੀ ਆਖਰੀ ਖਵਾਇਸ਼ ਸੀ ਕਿ ਮੈਂ ਤੁਹਾਡੀ ਬੇਟੀ ਨਾਲ ਵਿਆਹ ਕਰ ਲਵਾਂ। ਹੁਣ ਤੁਸੀਂ ਕੀ ਚਾਹੁੰਦੇ ਹੋ? ਮੈਨੂੰ ਜਵਾਬ ਚਾਹੀਦਾ। ਮੰਮੀ ਬੋਲੀ ਕਿ ਸੋਚ ਕੇ ਜਵਾਬ ਦੇਵਾਂਗੀ। ਮੰਮੀ ਪਾਪਾ ਦੇ ਬਗੈਰ ਕੋਈ ਕਦਮ ਨਹੀਂ ਚੁੱਕ ਸਕਦੀ ਸੀ। ਉਹਨਾਂ ਨੇ ਮਾਸੀ ਅਤੇ ਮਾਮੂ ਨੂੰ ਪਿੰਡ ਭੇਜਿਆ ਸੀ ਕਿ ਉਹ ਪਾਪਾ ਨੂੰ ਮਨਾ ਲੈਣ। ਪਾਪਾ ਪਹਿਲਾਂ ਤਾਂ ਉਹਨਾਂ ਨੂੰ ਨਾ ਕਰਦੇ ਰਹੇ, ਪਰ ਫਿਰ ਪੈਸਿਆਂ ਦੇ ਲਾਲਚ ਵਿੱਚ ਉਹਨਾਂ ਨੇ ਹਾਂ ਕਰ ਦਿੱਤੀ। ਫਿਰ ਮੇਰਾ ਵਿਆਹ ਠੇਕੇਦਾਰ ਸਾਹਿਬ ਨਾਲ ਹੋ ਗਿਆ। ਲੋਕਾਂ ਨੇ ਬੜੀਆਂ ਗੱਲਾਂ ਕੀਤੀਆਂ ਕਿ ਆ ਕੀ ਠੇਕੇਦਾਰ ਸਾਹਿਬ ਦੀ ਮੱਤ ਮਾਰੀ ਗਈ ਹੈ। ਇਸ਼ਕ ਨੇ ਅੰਨਾ ਕਰ ਦਿੱਤਾ ਜੋ ਇੱਕ ਨੌਕਰਾਣੀ ਦੇ ਨਾਲ ਵਿਆਹ ਕਰ ਲਿਆ। ਆਂਢ ਗੁਆਂਢ ਦੇ ਲੋਕਾਂ ਨੇ ਨਾਰਾਜ਼ਗੀ ਦਿਖਾਈ ਅਤੇ ਮਿਲਣਾ ਜੁਲਣਾ ਬੰਦ ਕਰ ਦਿੱਤਾ। ਠੇਕੇਦਾਰ ਸਾਹਿਬ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ। ਉਹ ਕਹਿੰਦੇ ਸੀ ਕਿ ਗਰੀਬ ਲੋਕ ਜ਼ਰੂਰ ਹਨ, ਪਰ ਮਿਹਨਤ ਕਰਕੇ ਰੋਟੀ ਕਮਾ ਰਹੇ ਹਨ। ਇਹ ਲੋਕ ਆਪਣੀ ਇੱਜ਼ਤ ਦਾ ਸੌਦਾ ਨਹੀਂ ਕਰਦੇ। ਮੈਂ ਇੱਕ ਗਰੀਬ ਪਰ ਸ਼ਰੀਫ ਲੜਕੀ ਨਾਲ ਵਿਆਹ ਕੀਤਾ ਹੈ ਤਾਂ ਕੀ ਜ਼ੁਲਮ ਕੀਤਾ ਹੈ। ਲੜਕੀ ਬਹੁਤ ਚੰਗੀ ਅਤੇ ਤਮੀਜ਼ ਵਾਲੀ ਪੜ੍ਹੀ ਲਿਖੀ ਹੈ। ਮੇਰੇ ਬੱਚਿਆਂ ਦਾ ਚੰਗੀ ਤਰ੍ਹਾਂ ਖਿਆਲ ਰੱਖਦੀ ਹੈ, ਘਰ ਸੰਭਾਲਦੀ ਤੇ ਮੇਰੀ ਸੇਵਾ ਕਰਦੀ ਹੈ। ਮੈਨੂੰ ਦਿਮਾਗੀ ਸਕੂਨ ਦਿੰਦੀ ਹੈ ਤੇ ਮੇਰੀ ਸਵਰਗਵਾਸੀ ਪਤਨੀ ਦੀ ਵੀ ਇਹੀ ਖਵਾਇਸ਼ ਸੀ। ਹੁਣ ਮੈਨੂੰ ਕੀ ਚਾਹੀਦਾ? ਮੈਂ ਠੇਕੇਦਾਰ ਸਾਹਿਬ ਦੇ ਅਹਿਸਾਨਮੰਦ ਹਾਂ ਕਿ ਉਹਨਾਂ ਨੇ ਮੈਨੂੰ ਇੱਜ਼ਤ ਦਿੱਤੀ ਅਤੇ ਜ਼ਿੰਦਗੀ ਦਾ ਹਰ ਸੁੱਖ ਦਿੱਤਾ। ਬਦਲੇ ਵਿੱਚ ਮੈਂ ਉਹਨਾਂ ਦੇ ਬੱਚਿਆਂ ਨੂੰ ਮਾਂ ਦਾ ਪਿਆਰ ਦਿੱਤਾ। ਉਹ ਅਕਲਮੰਦ ਹਨ, ਜਾਣਦੇ ਹਨ ਕਿ ਦੂਸਰੀ ਔਰਤ ਜੇਕਰ ਸੌਤੇਲੀ ਮਾਂ ਬਣ ਕੇ ਘਰ ਆਉਂਦੀ ਤਾਂ ਬੱਚਿਆਂ ਨੂੰ ਤਕਲੀਫ ਦਿੰਦੀ। ਮੈਂ ਉਹਨਾਂ ਨੂੰ ਆਪਣੀ ਇੱਕ ਸਕੀ ਮਾਂ ਹੋਣ ਦਾ ਵਾਅਦਾ ਕੀਤਾ। ਸੋ ਦੋਸਤੋ, ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ। ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।